खुशी वसेंदे जट नूं किसे दिता चोबड़ ला, उन्ने सुत्ते होए शेर दे हथ दिता मूँह विच पा। उन्ने जट दी सोहनी पग नूं दिता ए हथ पा, उन्ने जट दी सोहनी पग नूं दिता ए हथ पा। एवरी पर्सन इज रिस्पॉन्सिबल फॉर देयर ओन फूड। एक रोटी मैनू मिली खाण नूं, मैं अपनी उस रोटी की जिम्मेवार हाँ। मैं उस रोटी का कर्ज उतारन आनी हाँ कि हाँ थैंक्स टू द फार्मर्स। उन्होंने भी मतलब इस चीज़ का पता लग गया कि असी जिन्नी मर्जी टोर मार ली, जो मर्जी कर लीए, एट द एंड असी खानी तो रोटी हुई है ना। कैप्टन अमरिंदर सिंह जी बीजेपी की बोली बोल रहा आ तुसीं संघर्ष खत्म होने दो, दिल्ली का कैप्टन भी घेरिया लो। असी नौजवानों का जोश 26 तरीक को देखियो किदां दा आउंदा है, जिदन जोश देख के इन्ना कहीं वादा करते कि मोदी अपने महलों चों बाहर नहीं आउंदा। पगड़ी तो जट ने हुण संभाल लई आ, हुण सरकारां दी वारी अपनी इज्जत संभाले। पगड़ी संभाल जट्टा पगड़ी संभाल होए, तेरा लुट ना जावे माल जट्टा पगड़ी संभाल होए। पगड़ी संभाल जट्टा लहर ਦੇ ਮੋਢੀ ਅਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਹੁਣਾਂ ਦਾ ਅੱਜ ਦੇਸ਼ ਭਰ ਦੇ ਵਿੱਚ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਵੱਖੋ-ਵੱਖ ਰੰਗ ਦੀਆਂ ਪੱਗਾਂ ਬਣ ਕੇ ਅੱਜ ਅਜੀਤ ਸਿੰਘ ਹੁਣਾਂ ਦਾ ਜਨਮ ਦਿਹਾੜਾ ਮਨਾਇਆ ਜਾਵੇ, ਕਿਉਂਕਿ ਇੱਕ ਉਹ ਸਮਾਂ ਸੀਗਾ 1907 ਦੇ ਵਿੱਚ ਜਦੋਂ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਹੁਣਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਕੀਤੀ ਅਤੇ ਅੰਗਰੇਜ਼ ਸਰਕਾਰ ਦੀਆਂ ਗੋਡੇ ਤੱਕ ਲਵਾ ਦਿੱਤੇ। ਇਹ ਤਸਵੀਰਾਂ ਜਲੰਧਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਅੱਜ ਨੌਜਵਾਨ ਮੁੰਡੇ ਕੁੜੀਆਂ ਸਾਰੇ ਵਰਗ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਨੇ ਅਤੇ ਅੱਜ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਹੁਣਾਂ ਦਾ ਜਿਹੜਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ। 1907 ਦੇ ਵਿੱਚ ਵੀ ਖੇਤੀ ਕਾਨੂੰਨਾਂ ਦਾ ਉਸ ਸਮੇਂ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਗਿਆ ਸੀਗਾ, ਉਹਨਾਂ ਦਾ ਵਿਰੋਧ ਕੀਤਾ ਗਿਆ ਸੀਗਾ ਤੇ ਆਖਰਕਾਰ ਅੰਗਰੇਜ਼ ਸਰਕਾਰ ਨੂੰ ਜਿਹੜਾ ਸੀਗਾ ਝੁੱਕ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਪਿਆ ਸੀ। ਨੌਜਵਾਨ ਮੌਜੂਦ ਨੇ ਸਾਡੇ ਨਾਲ। ਬਾਈ ਜੀ, ਇੱਕ ਸਮਾਂ ਸੀਗਾ 1907 ਚ ਜਦੋਂ ਪਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਹੋਈ ਸੀਗੀ, ਇੱਕ ਅੱਜ ਸਮਾਂ ਲੰਬੇ ਸਮੇਂ ਬਾਅਦ ਇਤਿਹਾਸ ਰਿਪੀਟ ਹੋ ਰਿਹਾ, ਲੱਗਦਾ ਜਿੱਦਾਂ ਉਸ ਸਮੇਂ ਜਿੱਤ ਹੋਈ ਸੀ ਇਸ ਵਾਰ ਵੀ ਕਿਸਾਨਾਂ ਦੀ ਉਵੇਂ ਹੋਏਗੀ। ਬਿਲਕੁਲ ਜੀ, ਜਿੱਤ ਤਾਂ ਹੋ ਚੁੱਕੀ ਹੈ। ਕਿਸਾਨ ਤਾਂ ਆਪਸ ਦੇ ਵਿੱਚ, ਸਿਰਫ ਕਿਸਾਨ ਨਹੀਂ, ਹਰੇਕ ਵਰਗ ਦੇ ਲੋਕ ਇੱਕ ਦੂਜੇ ਨਾਲ ਇਕਜੁੱਟਤਾ ਦਿਖਾ ਰਹੇ ਨੇ। ਕਿੱਦਾਂ ਆਪਾਂ ਬਾਰਡਰਾਂ ਤੇ ਬੈਠੇ ਆ, ਕਈ ਦਿਨ ਹੋ ਗਏ ਬੈਠੇ ਨੂੰ, ਕਿਸੇ ਨੂੰ ਕੋਈ ਤੰਗੀ ਨਹੀਂ ਹੋ ਰਹੀ, ਕੋਈ ਵਾਪਸ ਆਉਣ ਦਾ ਨਾਮ ਨਹੀਂ ਲੈ ਰਿਹਾ। ਜਿੱਤ ਤਾਂ ਸਾਡੀ ਮਨੋਂ ਤਨੋਂ ਤਾਂ ਹੋ ਚੁੱਕੀ ਆ। ਬਸ ਜਿਹੜੀ ਸਰਕਾਰ ਦੇ ਖਿਲਾਫ ਆ, ਜਿਹੜੀ ਸਾਡੀ ਜੰਗ ਚੱਲ ਰਹੀ ਆ ਇਹਨਾਂ ਬਿੱਲਾਂ ਦੇ ਖਿਲਾਫ, ਉਹਦਾ ਬਸ ਐਲਾਨ ਹੋਣਾ ਹੀ ਬਾਕੀ ਆ। ਜਿੱਤ ਤਾਂ ਹੋ ਚੁੱਕੀ ਆ। ਆਪਾਂ ਵੀ ਦੇਖ ਰਹੇ ਆ ਸਰਕਾਰ ਤੇ ਕਿੰਨਾ ਪ੍ਰੈਸ਼ਰ ਆ ਹੁਣ ਇਸ ਵੇਲੇ। ਪਗੜੀ ਤਾਂ ਜੱਟ ਨੇ ਹੁਣ ਸੰਭਾਲ ਲਈ ਆ, ਹੁਣ ਸਰਕਾਰਾਂ ਦੀ ਵਾਰੀ ਆਪਣੀ ਇੱਜ਼ਤ ਸੰਭਾਲੇ, ਲਾਅ ਵਾਪਸ ਲਵੇ ਤੇ ਆਪਣਾ ਵੋਟ ਬੈਂਕ ਬਚਾ ਲੈਣ। ਲੱਗਦਾ ਇਹ ਸਰਕਾਰ ਅੰਗਰੇਜ਼ ਸਰਕਾਰ ਤੋਂ ਵੀ ਸਖਤ ਹੋ ਗਈ ਆ। ਉਸ ਸਮੇਂ ਤਾਂ ਅੰਗਰੇਜ਼ ਸਰਕਾਰ ਵੀ ਮੰਨ ਗਈ ਸੀਗੀ। ਇਹ ਅੰਗਰੇਜ਼ ਸਰਕਾਰ ਨਾਲੋਂ ਤਾਂ ਬਹੁਤ ਬੁਰੀ ਸਰਕਾਰ ਹੈ। ਜੇ ਆਪਾਂ ਅੰਗਰੇਜ਼ ਸਰਕਾਰ ਦਾ ਪੁਰਾਣਾ ਸਿਸਟਮ ਦੇਖੀਏ, ਉਹਨਾਂ ਨੇ ਕਿੰਨੀਆਂ ਨਵੀਆਂ ਤਕਨੀਕਾਂ ਲਿਆਂਦੀਆਂ, ਸਕੂਲਿੰਗ ਸਿਸਟਮ ਲਿਆਂਦੇ, ਰੇਲਾਂ ਇੱਥੇ ਵਿਛਾਈਆਂ। ਇਸ ਸਰਕਾਰ ਨੇ ਨਵਾਂ ਤਾਂ ਕੁਝ ਵੀ ਨਹੀਂ ਲਿਆਂਦਾ। ਜੋ ਕੁਝ ਪੁਰਾਣੀਆਂ ਸਰਕਾਰਾਂ ਨੇ ਲਿਆਂਦਾ ਤਾਂ ਉਹ ਵੀ ਵੇਚੀ ਜਾ ਰਹੇ ਆ। ਇਹ ਤਾਂ ਰੇਲਾਂ ਵੀ ਵੇਚੀ ਜਾ ਰਹੇ, ਜਿਹੜੀ ਗੋਰਿਆਂ ਨੇ ਸ਼ੁਰੂ ਕੀਤੀ ਸੀਗੀ ਭਾਰਤ ਦੇ ਵਿੱਚ, ਡਾਕ ਵਗੈਰਾ, ਇਹ ਤਾਂ ਸਾਰਾ ਕੁਝ ਵੇਚਣ ਨੂੰ ਫਿਰਦੇ ਆ। LIC ਵੇਚਣ ਨੂੰ ਫਿਰਦੇ ਆ। ਇਹਨਾਂ ਨੇ ਕੁਝ ਚੰਗਾ ਤੇ ਕੰਮ ਕੁਝ ਨਹੀਂ ਕੀਤਾ, ਨਾ ਕੋਈ ਚੀਜ਼ ਨਵੀਂ ਲਿਆਂਦੀ। ਇਹ ਸਿਰਫ ਵੇਚਣਾ ਚਾਹੁੰਦੇ ਆ ਭਾਰਤ ਨੂੰ। ਇਹ ਘਰੇ ਆਪਣੇ ਪੈਸਾ ਲਿਜਾਣਾ ਚਾਹੁੰਦੇ ਆ, ਪਤਾ ਨਹੀਂ ਕੀ ਕਰਨਾ ਪੈਸਾ ਇਹਨਾਂ ਨੇ ਬਾਅਦ ਵਿੱਚ ਵੀ। ਬਾਈ ਜੀ, ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਅਜੀਤ ਸਿੰਘ ਹੁਣਾਂ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ। ਪਗੜੀ ਸੰਭਾਲ ਜੱਟਾ ਉਹਨਾਂ ਲਹਿਰ ਸ਼ੁਰੂ ਕੀਤੀ ਸੀ। ਹੁਣ ਲੱਗਦਾ ਨੌਜਵਾਨ ਖੁੱਲ੍ਹ ਕੇ ਅੱਗੇ ਆ ਗਏ ਨੇ। 9 ਮਹੀਨਿਆਂ ਬਾਅਦ ਉਦੋਂ ਸਰਕਾਰ ਨੇ ਜਿਹੜੇ ਕਾਨੂੰਨ ਵਾਪਸ ਲੈ ਲਏ ਸੀ, ਪਰ ਮੋਦੀ ਸਰਕਾਰ ਅਜੇ ਅੜੀ ਹੋਈ ਹੈ। ਦੇਖੋ ਜੀ, ਨੌਜਵਾਨ ਕਹਿ ਲਓ, ਚਾਹੇ ਹਰ ਵਰਗ, ਚਾਹੇ ਬਜ਼ੁਰਗ, ਤੁਸੀਂ ਇੱਥੇ ਵੀ ਦੇਖ ਸਕਦੇ ਹੋ ਨਾ, ਬਜ਼ੁਰਗ ਵੀ ਖੜੇ, ਆਪਣੇ ਮਾਤਾਵਾਂ ਭੈਣਾਂ ਸਾਡੇ ਬਜ਼ੁਰਗ ਖੜੇ ਨੇ। ਹਰ ਬੰਦਾ ਹੁਣ ਇਸ ਲਹਿਰ ਨਾਲ ਜੁੜਿਆ ਹੋਇਆ ਜੀ ਬਹੁਤ ਜ਼ਿਆਦਾ, ਕਿਉਂਕਿ ਹਰੇਕ ਨੂੰ ਪਤਾ ਕਿ ਇਹਦਾ ਇਫੈਕਟ ਬਹੁਤ ਜ਼ਿਆਦਾ ਬੁਰਾ ਹੋਣਾ। ਇਨਫਲੇਸ਼ਨ ਆਉਣੀ ਹੈ ਜੀ ਬਹੁਤ ਜ਼ਿਆਦਾ, ਇੰਨੀ ਕੁ ਮਹਿੰਗਾਈ ਹੋ ਜਾਣੀ ਕਿ ਕੋਈ ਵੀ ਚੀਜ਼ ਕਿਸੇ ਨੂੰ ਬਾਏ ਕਰਨੀ ਬਹੁਤ ਔਖੀ ਹੋ ਜਾਣੀ ਹੈ। ਫਿਰ ਗੁਲਾਮ ਬਣ ਜਾਗੇ ਆਪਾਂ ਜੋ ਅੰਗਰੇਜ਼ਾਂ ਦੇ ਸੀ। ਪਰ ਮੇਰੇ ਹਿਸਾਬ ਨਾਲ ਕਿ ਅੰਗਰੇਜ਼ ਇਹਨਾਂ ਤੋਂ ਤੇ ਬਹੁਤ ਚੰਗੇ ਸੀ ਜੀ। ਜੇ ਉਹ ਸਾਨੂੰ ਗੁਲਾਮ ਬਣਾ ਕੇ ਰੱਖਦੇ ਸੀ, ਪਰ ਉਹ ਫੈਸਿਲਿਟੀ ਬਹੁਤ ਦਿੰਦੇ ਸੀ। ਹੁਣ ਰੇਲਵੇ ਲਾਈਨ, ਇੰਡੀਅਨ ਰੇਲਵੇ ਆ, ਉਹ ਸਾਰੀ ਕਿੰਨਾਂ ਨੇ ਬਣਾਈ? ਅੰਗਰੇਜ਼ ਬਣਾ ਗਏ ਆ, ਬ੍ਰਿਟਿਸ਼ਰਸ ਬਣਾ ਗਏ ਆ। ਉਸ ਤੋਂ ਬਾਅਦ ਇਹਨਾਂ ਨੇ ਕੁਝ ਕੀਤਾ ਹੀ ਨਹੀਂ। ਉਹੀ ਮੇਨਟੇਨ ਕਰ ਲੈਣੇ ਹੀ ਬਹੁਤ ਆ। ਇਹਨਾਂ ਕੋਲ ਉਹ ਵੀ ਮੇਨਟੇਨ ਨਹੀਂ ਹੁੰਦੀ। ਫਿਰ ਇਹਨਾਂ ਨੇ ਆ ਚਲਾਇਆ ਸੀ ਆਪਣਾ ਸਫਾਈ ਵਾਲਾ ਅਭਿਆਨ। ਮੈਨੂੰ ਨਹੀਂ ਲੱਗਦਾ ਕੁਛ ਇਹਨਾਂ ਕੋਲ ਮੇਨਟੇਨ ਹੋ ਰਿਹਾ। ਹਰ ਚੀਜ਼ ਤੇ ਬਸ ਪੈਸਾ ਖਾ ਰਹੇ ਆ। ਡਸਟਬਿਨਸ ਲਗਾਏ ਸੀ ਇੱਥੇ, ਦਿਖ ਰਹੇ ਕਿਤੇ ਕਿਤੇ ਨਹੀਂ ਕੁਛ ਦਿਖਦਾ। ਸਭ ਕਾਰਪੋਰੇਟ ਸੈਕਟਰਸ ਨੂੰ ਫੈਸਿਲਿਟੀ ਦੇਣ ਲਈ ਕੀਤਾ ਜਾ ਰਿਹਾ। ਆਮ ਬੰਦਾ ਇੰਨੀ ਦੇਰ ਦਾ ਪਰੇਸ਼ਾਨ ਆ, ਕਿਸਾਨ ਪਰੇਸ਼ਾਨ ਆ, ਹਰ ਬੰਦਾ ਪਰੇਸ਼ਾਨ ਆ, ਅਸੀਂ ਪਰੇਸ਼ਾਨ ਆ। ਤੇ ਇਹ ਤਾਂ
ਜੀ ਲਾਜ਼ ਵਾਪਸ ਹੋਣਗੇ ਤਾਂ ਹੀ ਉੱਥੋਂ ਲੋਕੀ ਹਟਣਗੇ, ਨਹੀਂ ਤੇ ਬੰਦੇ ਸਾਰੇ ਡਟੇ ਆ ਜੀ, ਉੱਥੇ ਡਟੇ ਰਹਿਣਗੇ ਇਦਾਂ ਹੀ, ਜਿੱਤ ਕੇ ਵਾਪਸ ਆਉਣਗੇ। ਬਿਲਕੁਲ ਲਗਾਤਾਰ ਜਿਹੜੇ ਨੇ ਉਹ ਕਿਸਾਨ ਇੱਥੇ ਡਟੇ ਹੋਏ ਨੇ। ਅਟਵਾਲ ਸਾਹਿਬ, ਅੱਜ ਵੀ ਵੱਡਾ ਇਕੱਠ ਹੋਇਆ, ਅਜੀਤ ਸਿੰਘ ਹੁਣਾਂ ਦਾ ਜਨਮ ਦਿਹਾੜਾ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ, ਪਰ ਮੰਤਰੀ ਬਿਆਨ ਦਿੰਦੇ ਨੇ, ਕਹਿੰਦੇ ਇਹਨਾਂ ਇਕੱਠਾਂ ਦੇ ਨਾਲ ਕਾਲੇ ਕਾਨੂੰਨ ਰੱਦ ਨਹੀਂ ਹੋ ਸਕਦੇ। ਚੱਲ ਜੇ ਇਕੱਠਾਂ ਦੇ ਨਾਲ ਕਾਲੇ ਕਾਨੂੰਨ ਨਹੀਂ ਰੱਦ ਹੋਗਾ, ਉਹਨਾਂ ਦੀ ਨੀਂਦ ਤਾਂ ਰਾਤਾਂ ਦੀ ਉੜੀ ਹੋ ਪਈ ਆ। ਕਾਠੇ ਜਿਹੜੇ ਆ ਇਕੱਠਾਂ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਆ, ਕੋਈ ਗੱਲ ਨਹੀਂ, ਕਾਲੇ ਕਾਨੂੰਨ ਰੱਦ ਵੀ ਹੋਣਗੇ, ਜਿਹੜੇ ਇਕੱਠ ਆ ਉਹਨਾਂ ਨੂੰ ਕੁਰਸੀਆਂ ਤੋਂ ਵੀ ਲਾਉਣਗੇ। ਆਉਣ ਵਾਲਾ ਸਮਾਂ ਦੇਖੋ, ਸਮਾਂ ਸਮਰੱਥ ਹੁੰਦਾ, ਜੇ ਅੱਜ ਮੋਦੀ ਦੇ ਦਿਨ ਆ ਤਾਂ ਕੋਈ ਗੱਲ ਨਹੀਂ, ਦਿਨ ਕਿਸਾਨਾਂ ਦੇ ਵੀ ਆ ਜਾਣੇ ਆ। ਜਿਹੜਾ ਤੁਸੀਂ ਪੱਛਮ ਬੰਗਾਲ 'ਚ ਇਲੈਕਸ਼ਨ ਹੋ ਰਹੀ ਆ, ਉੱਥੇ ਵੀ ਇਹਦਾ ਪੂਰਨ ਤੌਰ ਤੇ ਵਿਰੋਧ ਕਰਾਂਗੇ। ਪੰਜਾਬ ਦਾ ਉਹਦਾ ਖਾਤਮਾ ਹੋ ਗਿਆ, ਠੀਕ ਆ, ਇਦਾਂ ਹੀ ਬਾਕੀ ਸਾਰੇ ਦੇਸ਼ ਦੇ ਵਿੱਚੋਂ ਖਾਤਮਾ ਹੋਊਗਾ। ਫੇਰ ਮਿਹਨਤਾਂ ਕਰਨਗੇ ਕਿ ਇਕੱਠ ਇਦਾਂ ਦਾ ਕਿੱਥੇ ਸੀ। ਇਹ ਪੰਜਾਬ ਦੇ ਹਰਿਆਣਾ ਦੋ ਭਰਾ ਆ ਜਿਹੜੇ ਇਕੱਠੇ ਹੋ ਗਏ, ਉਹਦੇ ਨਾਲ ਬਾਕੀ ਭਰਾ ਉਹਦੇ ਰਾਜਸਥਾਨ ਹੋ ਗਿਆ, ਯੂਪੀ ਹੋ ਗਿਆ, ਸਾਰੇ ਜੁੜ ਗਏ ਆ। ਕੱਲਾ 1 ਤੇ 2 11 ਹੁੰਦੇ ਆ, ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਕਿ ਸਾਰੇ ਭਰਾ ਇਕੱਠੇ ਹੋਣੇ। ਜਿਹੜਾ ਕਹਿੰਦੇ ਸ਼ਹਿਰ ਵਾਸੀ ਨਹੀਂ, ਅੱਜ ਜਲੰਧਰ ਸ਼ਹਿਰ ਦੇ, ਉਹ ਵੀ ਮਾਡਲ ਟਾਊਨ ਏਰੀਆ ਦੇ ਵਿੱਚ, ਜਿਹਨੂੰ ਪੋਰਸ਼ ਏਰੀਆ ਕਿਹਾ ਜਾਂਦਾ, ਉੱਥੇ ਖੜੇ ਆ। ਦੇਖ ਲਓ ਕਿੰਨਾ ਸਾਨੂੰ ਸ਼ਹਿਰੀਆਂ ਦਾ ਸਹਿਯੋਗ ਮਿਲ ਰਿਹਾ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ 3 ਕਾਲੇ ਕਾਨੂੰਨ ਰੱਦ ਹੋਣਗੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋਣਗੇ। ਜੇ ਉੱਥੇ ਧਰਨਾ ਚੱਲ ਰਿਹਾ ਤਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਚੱਲ ਰਿਹਾ ਆ, ਤੇ ਇਦਾਂ ਕਦੀ ਹੋ ਨਹੀਂ ਸਕਦਾ ਕਿ ਗੁਰੂ ਮਹਾਰਾਜ ਆਪਣੇ ਬੱਚਿਆਂ ਦੀ ਕਦੀ ਪਿੱਠ ਲੱਗਣ ਦੇ ਦੇਣ। ਬਿਲਕੁਲ। ਅੱਛਾ, 26 ਤਰੀਕ ਨੂੰ ਨੌਜਵਾਨਾਂ ਦੇ ਹੱਥ ਵੀ 1 ਦਿਨ ਲਈ ਕਮਾਨ ਦਿੱਤੀ ਜਾ ਰਹੀ ਹੈ ਜਥੇਬੰਦੀ ਦੀਆਂ ਆਗੂਆਂ ਦੇ ਵੱਲੋਂ, ਉੱਥੇ ਕਿੱਦਾਂ ਦੀ ਰਹੇਗੀ ਸ਼ਮੂਲੀਅਤ ਨੌਜਵਾਨਾਂ ਦੀ? ਦੇਖੋ, ਅਸੀਂ ਉਹ ਦਿਨ, ਮੈਨੂੰ ਸਾਡੇ ਕਿਸਾਨ ਕਮੇਟੀ ਦੇ ਪ੍ਰਧਾਨ ਸਰਦਾਰ ਹਰਸਲਿੰਦਰ ਜੀ, ਉਹ ਦਿੱਲੀ ਤੋਂ ਆਏ ਆ, ਉਹਨਾਂ ਨੇ ਦੱਸਿਆ ਕਿ ਉੱਥੇ ਨੌਜਵਾਨਾਂ ਨੂੰ ਜਾ ਰਿਹਾ, ਤੇ ਸਾਡੀ ਕਮੇਟੀ ਦੇ ਵਿੱਚੋਂ ਉਹਨਾਂ ਨੇ ਮੇਰੀ ਡਿਊਟੀ ਲਾਈ ਆ ਵੀ ਤੁਸੀਂ ਉੱਥੇ ਜਾਣਾ, ਅਸੀਂ ਉੱਥੋਂ ਨੂੰ ਵੱਡੇ ਪੱਧਰ ਤੇ ਜਾਵਾਂਗੇ, ਤੇ ਜੋ ਸਾਨੂੰ ਪ੍ਰਧਾਨ ਜੀ ਹੁਕਮ ਕਰਨਗੇ ਅਸੀਂ ਉਹ ਹੁਕਮ ਸਿਰ ਮੱਥੇ ਮੰਨਦੇ ਹੋਏ ਕਰਿਆ ਕਰਾਂਗੇ। ਪਹਿਲੋਂ ਲੇਡੀਜ਼ ਦਾ ਦਿਨ ਸੀਗਾ, ਨੌਜਵਾਨਾਂ ਦਾ ਜੋਸ਼ 26 ਤਰੀਕ ਨੂੰ ਦੇਖਿਓ ਕਿੱਦਾਂ ਦਾ ਹੁੰਦਾ ਹੈ, ਜਿੱਦਣ ਜੋਸ਼ ਦੇਖ ਕੇ ਇੰਨਾ ਕਹੀ ਵਾਅਦਾ ਕਰਦੇ ਕਿ ਮੋਦੀ ਆਪਣੇ ਮਹਿਲਾਂ 'ਚੋਂ ਬਾਹਰ ਨਹੀਂ ਆਉਂਦਾ। ਤੁਸੀਂ ਲਾ ਲਓ ਵੀ ਹੁਣ ਵੀ ਕਿੱਥੇ ਮਿਲਦਾ। ਦੇਖੋ ਕਿੱਡਾ ਡਰ ਆ ਉਸ ਬੰਦੇ ਨੂੰ, ਥੋੜੇ ਸਮੇਂ ਬਾਅਦ ਉਹ ਸਿਕਿਉਰਿਟੀ ਚੇਂਜ ਕਰ ਰਿਹਾ। ਪੰਜਾਬੀ ਉਹਨੇ ਆਪਣੀ ਸਿਕਿਉਰਿਟੀ, ਜੇ ਉਹਨੂੰ ਡਰ ਨੇਗਾ ਤਾਂ ਫਿਰ ਕਾਹਤੋਂ ਕਰ ਰਿਹਾ, ਬੇਖੌਫ ਹੋ ਕੇ ਕਿਉਂ ਨਹੀਂ ਘੁੰਮ ਰਿਹਾ? ਇਸ ਕਰਕੇ ਉਹਨੂੰ ਪੂਰਾ ਡਰ ਆ, ਤੇ ਉਹ ਡਰੀ ਪਈ ਆ ਸਰਕਾਰ। ਸਿਰਫ ਇੱਕੋ ਹੀ ਗੱਲ ਆ ਉਹਨਾਂ ਦੇ ਕੋਲ, ਜਿਹੜੇ ਮਗਰ ਅੰਡਾਨੀ ਤੇ ਅੰਬਾਨੀ ਆ, ਉਹਨਾਂ ਦਾ ਜਿਹੜਾ ਡੰਡਾ ਆ ਉਹ ਜ਼ਿਆਦਾ ਚੜਿਆ ਹੋਇਆ ਆ। ਸਿਰਫ ਉਹਨਾਂ ਦੇ ਕਰਕੇ ਆਏ ਕਾਨੂੰਨ ਰੱਦ ਨਹੀਂ ਕਰ ਰਹੇ ਨੇ, ਕਾਨੂੰਨਾਂ ਦੇ ਵਿੱਚ ਕੁਝ ਨਹੀਂਗਾ, ਪਰ ਆਪਾਂ ਰੱਦ ਕਰਾਵਾਂਗੇ, ਜਿੱਤ ਸਾਡੀ ਪੱਕੀ ਹੋਊਗੀ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ? ਬੀਤੇ ਦਿਨੀ ਉਹਨਾਂ ਬਿਆਨ ਦਿੱਤਾ ਕਿ ਸ਼ਾਇਦ 2 ਸਾਲ ਤੇ ਇਹ ਸਹਿਮਤੀ ਬਣ ਸਕਦੀ ਹੈ, 1.5 ਸਾਲ ਦੀ ਬਜਾਏ। ਦੇਖੋ, ਕੈਪਟਨ ਅਮਰਿੰਦਰ ਸਿੰਘ ਜਿਹੜੀ ਉਹ ਬੀਜੇਪੀ ਦੀ ਬੋਲੀ ਬੋਲ ਰਿਹਾ ਆ ਤੁਸੀਂ ਸੰਘਰਸ਼ ਖਤਮ ਹੋਣ ਦਿਓ। ਦਿੱਲੀ ਦਾ ਕੈਪਟਨ ਵੀ ਘੇਰਿਆ ਲਓ, ਅਸੀਂ ਕੈਪਟਨ ਨਹੀਂ ਛੱਡਦੇ, ਕਿਉਂਕਿ ਸਾਡੀ ਜਦੋਂ ਮੀਟਿੰਗ ਹੋਈ ਸੀ ਉਹਨੇ ਕਿਹਾ 31 ਨਵੰਬਰ ਨੂੰ ਤੁਹਾਡੇ ਗੰਨੇ ਦਾ ਜਿਹੜਾ ਰੇਟ ਆ ਉਹ ਅਸੀਂ ਵਧਾਵਾਂਗੇ, ਪਰ ਉਹ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਵਧਾਇਆ। ਮੋਦੀ ਦਾ ਉੱਥੇ ਚਲੋ ਹਾਲੇ ਕਰੀ ਜਾਂਦਾ ਥੋੜੀ ਜਿਹਾ, ਕੈਪਟਨ ਤੋਂ ਸਾਡੀ ਝਾਲ ਬਿਲਕੁਲ ਨਹੀਂ ਚੱਲੀ ਜਾਣੀ। ਕੈਪਟਨ ਦਾ ਜਿਹੜਾ ਤਖਤਾ ਆ ਉਹ ਵੀ ਅਸੀਂ 2022 ਦੇ ਵਿੱਚ ਪਲਟਾਂਗੇ, ਕਿਉਂਕਿ ਲਾਰੇ ਇਹਨੇ ਵੀ ਬਹੁਤ ਲਾਇਆ। ਕਰਜ਼ਾ ਮਾਫੀ 90,000 ਕਰੋੜ ਸੀਗਾ, ਉਹਦੇ ਚੋਂ ਇਹਨੇ 4500 ਕਰੋੜ ਰੁਪਈਆ ਜਿਹੜਾ ਇੱਕ ਵਾਰੀ ਮਾਫ ਕੀਤਾ, 3500 ਕਰੋੜ ਰੁਪਈਆ ਇੱਕ ਵਾਰੀ ਮਾਫ ਕੀਤਾ। ਊੜ ਦੇ ਮੂੰਹ ਦੇ ਜੀਰੇ ਵਾਲੀ ਗੱਲ ਆ, ਉਹ ਜਿਹੜਾ 90,000 ਸੀ ਉਹ 1,28,000 ਕਰੋੜ ਹੁਣ ਹੋ ਗਿਆ। ਸਾਡੀ ਗੰਨੇ ਦੀ ਬਕਾਇਆ ਰਾਸ਼ੀ 1947 ਤੋਂ ਬਾਅਦ ਜੋ ਦੇਸ਼ ਆਜ਼ਾਦ ਹੋਇਆ, ਇਹ ਪਹਿਲਾ ਸਮਾਂ ਆ 1947 ਤੋਂ ਆਜ਼ਾਦ ਕਿ ਦੂਸਰਾ ਸੀਜ਼ਨ ਸਾਡਾ ਗੰਨੇ ਦਾ ਖਤਮ ਹੋ ਗਿਆ। ਪਹਿਲੇ ਸੀਜ਼ਨ ਦੇ ਪੈਸੇ ਨਹੀਂ ਮਿਲੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿੱਲੀ ਦਾ ਧਰਨਾ ਉਹ ਚੰਡੀਗੜ੍ਹ ਦੇ ਵਿੱਚ ਹੋਊਗਾ, ਦੇਖੋ ਸਹੀ ਕਿੱਦਾਂ। ਕੈਪਟਨ ਨੂੰ ਵੀ ਆਪਾਂ ਬਿਲਕੁਲ ਸੁਚੇਤ ਕਰ ਦੇਣਾ ਚਾਹੁੰਦੇ ਆ, ਜਿਹੜਾ ਤੂੰ ਘਰ ਨੌਕਰੀ ਦਾ ਵਾਅਦਾ, ਮੋਬਾਈਲਾਂ ਦਾ ਵਾਅਦਾ, 90,000 ਕਰੋੜ ਜਦੋਂ ਦਾ ਕਹਿੰਦਾ ਸੀ ਆੜਤੀਆਂ ਦਾ, ਦੁਕਾਨਦਾਰਾਂ ਦਾ, ਇਹ ਆਪਣੇ ਬੈਂਕਾਂ ਦਾ, ਸਰਕਾਰੀ ਬਰਾ ਕਰੋੜ ਕੇ ਬੋਲਦਾ ਸੀ, ਹੌਲੀ ਸਾਰਿਆਂ ਨੂੰ ਸੁਣ ਪਵੇ। ਉਹ ਚੰਗੀ ਤਰ੍ਹਾਂ ਅਸੀਂ ਸੁਣ ਲਿਆ, ਇਸ ਕਰਕੇ ਉਹ ਤੋਂ ਮਾਫ ਨਹੀਂ ਹੋਣਾ, ਤੇ ਝੂਠੇ ਲਾਰੇ ਲਾਏ ਨਾਲ ਸੌਹਾਂ ਖਾ ਕੇ ਮੁੱਕਰ ਗਿਆ। ਪਰ ਜਿੱਦਾਂ ਦੇ ਸਥਾਨਕ ਚੋਣਾਂ 'ਚ ਨਤੀਜੇ ਆਏ, ਲੱਗਦਾ ਕਿ 2022 'ਚ ਤੱਕ ਪਲਟ ਹੋਊ ਇਸ ਹਿਸਾਬ ਨਾਲ? ਦੇਖੋ, ਹਾਲੇ ਅਸੀਂ ਬੀਜੇਪੀ ਦੇ ਵਿਰੋਧ 'ਚ ਸੀਗੇ, ਠੀਕ ਹੈ, ਉਹਨੇ ਸਾਡੇ ਨਾਲ ਧੱਕਾ ਕੀਤਾ, ਉਹਦੇ ਵਿਰੋਧ 'ਚ, ਉਹਦਾ ਹਾਲ ਦੇਖ ਲਓ ਕਿੱਦਾਂ ਦਾ ਹੋਇਆ। ਜਦੋਂ ਦਿੱਲੀ ਉੱਠ ਕੇ ਕੈਪਟਨ ਦੇ ਵਿਰੋਧ 'ਚ ਆ ਗਿਆ, ਹੁਣ ਜਾ ਇਹਦਾ ਵੀ ਫਿਰ ਜਾਣਾ। ਸਿਰਫ ਜਿਹੜੀ ਸਰਕਾਰ ਹੋਊਗੀ, ਕਿਸਾਨ ਤੇ ਮਜ਼ਦੂਰ ਤੇ ਦੁਕਾਨਦਾਰ ਜਿਹੜਾ ਹੈਗਾ ਉਹਦੀ ਸਰਕਾਰ ਹੋਊਗੀ ਆਉਣ ਵਾਲੇ ਸਮੇਂ 'ਚ। ਪ੍ਰਧਾਨ ਹਰਸ਼ਲਿੰਦਰ ਜੀ ਵੀ ਸਾਡੇ ਨਾਲ ਮੌਜੂਦ ਨੇ। ਪ੍ਰਧਾਨ ਸਾਹਿਬ, ਅੱਜ ਸ਼ਹਿਰ ਦੇ ਵਿੱਚ ਆਏ ਹੋ, ਸ਼ਹਿਰੀ ਲੋਕਾਂ ਦਾ ਕਿੱਦਾਂ ਸ਼ੁਰੂ ਤੋਂ ਸਹਿਯੋਗ ਇਹਨਾਂ ਦਾ ਮਿਲਦਾ ਪਿਆ? ਦੇਖੋ ਜੀ, ਜੋ ਸ਼ਹਿਰੀ ਵਰਗ ਦੇ ਜਿੰਨੇ ਵੀ ਭਰਾ ਹੈਗੇ ਆ, ਔਰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਭੈਣਾਂ ਸਾਡੀਆਂ, ਬੱਚੀਆਂ, ਔਰ ਸਾਰਿਆਂ ਦਾ ਸਾਥ ਮਿਲ ਰਿਹਾ, ਬਹੁਤ ਵਧੀਆ। ਦੇਖੋ ਗੱਲ ਹੈ, ਅੱਜ ਅਸੀਂ ਸੈਂਟਰ ਦੇ ਵਿੱਚ, ਸ਼ਹਿਰ ਦੇ, ਜਲੰਧਰ ਦੇ ਜ਼ਿਲ੍ਹੇ ਵਿੱਚ ਖੜੇ ਆ, ਔਰ ਸਾਰੇ ਸ਼ਹਿਰੀ ਵਰਗ ਵੀ ਸਾਡੇ ਨਾਲ ਆ। ਜਿਹੜੀ ਕਿ ਸਰਕਾਰ ਬਾਰ-ਬਾਰ ਕਹਿੰਦੀ ਕਿ ਪਿੰਡੂ ਕੁਛ ਬੰਦੇ ਚੱਲੇ ਆ, ਅੱਜ ਉਹਨਾਂ ਨੂੰ ਦਿਸਣ ਲੱਗ ਪਿਆ, ਕਹਿੰਦੇ ਬਹੁਤ ਭੀੜ ਤੁਸੀਂ ਦਿਖਾ ਰਹੇ ਆ। ਇਹ ਦਿਨੋਂ ਦਿਨ ਜਿਹੜਾ ਸੰਘਰਸ਼ ਵੱਧਦਾ ਜਾਣਾ ਆ। ਜਿੰਨਾ ਸਰਕਾਰ ਲੇਟ ਕਰੂਗੀ ਉਨੀਆਂ ਉਹਦੇ ਲਈ ਮੁਸ਼ਕਲਾਂ ਬਣਨਗੀਆਂ। ਉਹ ਜਲਦੀ ਤੋਂ ਜਲਦੀ ਫੈਸਲਾ ਜਿਹੜਾ ਦੇ ਦੇਣ, ਜਿਹੜਾ ਕਿ ਅਸੀਂ ਆਪਣੇ ਘਰਾਂ 'ਚ ਬੈਠੀਏ। ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਕਿਸੇ ਵੀ ਸੰਗਤ ਨੂੰ ਨਾ ਅਸੀਂ ਆਪ ਪਰੇਸ਼ਾਨ ਹੋਣਾ ਚਾਹੁੰਦੇ ਆ।
ਕਿਉਂਕਿ ਅਸੀਂ ਵੀ ਆਪਣੇ ਘਰ ਖੇਤਾਂ 'ਚ ਜਾ ਕੇ ਕੰਮ ਕਰੀਏ। ਪਰ ਜੇ ਸਰਕਾਰ ਸਾਡਾ ਨਹੀਂ ਮੰਨਦੀ, ਸਾਨੂੰ ਪਿਛਲੇ ਖੇਤਾਂ ਦੀਆਂ ਸਾਨੂੰ ਜ਼ਮੀਨਾਂ ਨਾਲ ਸਾਨੂੰ ਫਸਲਾਂ ਨਾਲ ਕੋਈ ਮਤਲਬ ਨਹੀਂ। ਅਸੀਂ ਫਸਲਾਂ ਬਾਅਦ 'ਚ ਵੱਢ ਲਾਂਗੇ, ਪਹਿਲਾਂ ਅਸੀਂ ਆਪਣੇ ਹੱਕ ਲਵਾਂਗੇ, ਉਸ ਤੋਂ ਬਾਅਦ ਵਿੱਚ ਅਸੀਂ ਆਪਣੇ ਘਰ ਚੈਨ ਨਾਲ ਬੈਠਾਂਗੇ। ਨਹੀਂ ਤਾਂ ਅਸੀਂ ਆਪਣੇ ਘਰਾਂ 'ਚ ਨਹੀਂ ਬੈਠਣ ਵਾਲੇ। ਸਾਨੂੰ 5-6 ਮਹੀਨੇ ਚੱਲਿਆਂ ਨੂੰ ਹੋ ਗਏ ਆ, ਔਰ ਹੋਰ ਹੀ ਭਾਵੇਂ ਜਿੰਨੇ ਮਰਜ਼ੀ ਸਾਲ ਲੱਗ ਜਾਣ, ਪਰ ਅਸੀਂ ਪਿੱਛੇ ਨਹੀਂ ਹਟਣਾ। ਅਸੀਂ ਆਪਣੇ ਹੱਕ ਜਿਹੜੇ ਆ ਵਾਪਸ ਕਰਾ ਕੇ ਹਟਣਾ ਆ। ਇਹੀ ਕਰਕੇ ਸਰਕਾਰ ਦੀ ਫਰਜ਼ ਹੁੰਦੇ ਆ। ਸਰਕਾਰਾਂ ਜਿਹੜੀਆਂ ਆ ਪਬਲਿਕ ਦੀ ਮੰਨਦੀਆਂ। ਜਦ ਪਬਲਿਕ ਪਰੇਸ਼ਾਨ ਹੋਵੇ, ਹਜੇ ਬਿੱਲ ਲਾਗੂ ਨਹੀਂ ਹੋਏ ਔਰ ਲਾਗੂ ਹੋਣ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ, ਤੇ ਜੇ ਉਹ ਲਾਗੂ ਹੋ ਗਏ ਫੇਰ ਭਰਾਵੋ ਇਹ ਇਕੱਲੇ ਕਿਸਾਨਾਂ ਦਾ ਨਹੀਂ ਮਸਲਾ, ਇਹ ਮਜ਼ਦੂਰਾਂ ਦਾ ਵੀ, ਹਰੇਕ ਦਾ ਆ। ਇਹ ਸਾਰਿਆਂ ਨੂੰ ਰਲ ਕੇ ਇਹ ਲੜਾਈ ਲੜਨੀ ਚਾਹੀਦੀ ਆ। ਇਹ 'ਚ ਕੋਈ ਜਾਤ ਪਾਤ ਦਾ ਨਹੀਂ ਹੈਗਾ। ਉੱਥੇ ਦੇਖੋ ਹਨੂੰਮਾਨ ਚਾਲੀਸ ਵੀ ਸਵੇਰ ਨੂੰ ਹੁੰਦਾ, ਸ਼ਬਦ ਲੱਗਦੇ ਆ, ਗੁਰੂ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਆ, ਉੱਥੇ ਨਮਾਜ਼ ਵੀ ਪੜ੍ਹੀ ਜਾਂਦੀ ਆ। ਉੱਥੇ ਹਰ ਤਰ੍ਹਾਂ ਦੀ ਕੋਈ ਧਰਮਾਂ ਦਾ ਮਜ਼ਹਬਾਂ ਦਾ ਕੋਈ ਮਸਲਾ ਨਹੀਂ। ਸਾਡਾ ਕਿਸਾਨੀ ਦਾ ਮਸਲਾ ਆ। ਕਿਸਾਨ ਔਰ ਮਜ਼ਦੂਰ ਏਕਤਾ ਜਿੰਦਾਬਾਦ ਚਾਹੁੰਦੇ ਆ ਤੇ ਜਿੰਦਾਬਾਦ ਰਹੇਗਾ। ਸਰਕਾਰਾਂ ਸਦਾ ਮੁਰਦਾਬਾਦ ਹੈਗੀਆਂ ਤਾਂ ਮੁਰਦਾਬਾਦ ਹੀ ਰਹਿਣਗੀਆਂ ਬੀਜੇਪੀ ਸਰਕਾਰ। ਬਿਲਕੁਲ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿੰਨਾ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹਨਾਂ ਤੱਕ ਘਰਾਂ ਨੂੰ ਵਾਪਸੀ ਜਿਹੜੀ ਨਹੀਂ ਹੋਏਗੀ। ਮਹਿਲਾਵਾਂ ਵੀ ਇਸ ਅੰਦੋਲਨ ਦੇ ਵਿੱਚ ਪੂਰਾ ਸਹਿਯੋਗ ਕਰ ਰਹੀਆਂ ਨੇ। ਮੈਡਮ ਕਿੱਦਾਂ ਦੇਖਦੇ ਹੋ, ਹੁਣ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਲੋਕ ਸੜਕਾਂ ਦੇ ਉੱਪਰ ਉਤਰ ਆਏ ਨੇ, ਸਰਕਾਰ ਮੰਨਦੀ ਕਿਉਂ ਨਹੀਂ ਪਈ? ਸਰ, ਸਰਕਾਰ ਨੂੰ ਸ਼ਾਇਦ ਵਹਿਮ ਹੈ ਕਿ ਇਹ ਸਿਰਫ ਕਿਸਾਨਾਂ ਦਾ ਹੀ ਅੰਦੋਲਨ ਹੈ। ਅੱਜ ਇਹ ਅੰਦੋਲਨ ਜਿਹੜਾ ਹੈ ਉਹ ਸਾਰੇ ਪੂਰੀ ਇੰਡੀਆ ਦਾ ਨਹੀਂ, ਪੂਰੇ ਵਰਲਡ ਦਾ ਜਿਹੜਾ ਅੰਦੋਲਨ ਬਣ ਚੁੱਕਾ ਹੈ। ਅਸੀਂ ਅਧਿਆਪਕ ਆ, ਮੈਂ ਵੀ ਅਧਿਆਪਕ ਆ, ਵੀ ਅਧਿਆਪਕ ਨੇ, ਪਿੱਛੇ ਵੀ ਅਧਿਆਪਕ ਖੜੇ ਨੇ। ਸਿਰਫ ਜਿਹੜਾ ਅੰਦੋਲਨ ਹੈ ਸਿਰਫ ਕਿਸਾਨਾਂ ਦਾ ਨਹੀਂ ਹੈ, ਇਹ ਸਾਡੇ ਹੱਕਾਂ ਦੀ ਲੜਾਈ ਹੈ। ਖਾਣਾ ਅਸੀਂ ਵੀ ਖਾਣਾ ਹੈ। ਸੋ ਲੜਾਈ ਜਿਹੜੀ ਹੈ ਸਾਰਿਆਂ ਦੀ ਹੋ ਗਈ ਹੈ। ਤੇ ਮੈਂ ਤੇ ਐਜ਼ ਅ ਟੀਚਰ, ਐਜ਼ ਅ ਅਧਿਆਪਕ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦੀ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਕਾਨੂੰਨ ਰੱਦ ਕਰਕੇ ਔਰ ਸਾਡੇ ਕਿਸਾਨ ਵੀਰ ਨੇ, ਭੈਣਾਂ ਨੇ, ਬੱਚੇ ਨੇ ਜਿਹੜੇ ਉੱਥੇ ਬੈਠੇ ਹੋਏ ਨੇ 3 ਮਹੀਨਿਆਂ ਤੋਂ, ਉਹਨਾਂ ਨੂੰ ਉੱਥੋਂ ਭੇਜਣ। ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ ਅਗਰ ਉਹ ਇਹ ਚੀਜ਼ ਕਰਦੇ ਨੇ, ਕਦਮ ਪੁੱਟਦੇ ਨੇ। ਥੈਂਕ ਯੂ। ਮੈਡਮ ਪਹਿਲਾਂ ਕਹਿੰਦੇ ਸੀਗੇ, ਲੋਕ ਕਹਿਣ ਲੱਗੇ ਸੀਗੇ ਕਿ ਖੇਤੀ ਤੋਂ ਨੌਜਵਾਨ ਪੀੜ੍ਹੀ ਜਿਹੜੀ ਉਹ ਵਿਸਰਦੀ ਜਾ ਰਹੀ ਹੈ। ਨੌਜਵਾਨਾਂ ਨੂੰ ਜਿਹੜਾ ਖੇਤੀ ਬਾਰੇ ਹੁਣ ਸ਼ਾਇਦ ਪਤਾ ਨਹੀਂ। ਹੁਣ ਲੱਗਦਾ ਪਿੰਡਾਂ 'ਚ ਤਾਂ ਨੌਜਵਾਨਾਂ ਨੂੰ ਪਤਾ ਲੱਗ ਗਿਆ, ਸ਼ਹਿਰਾਂ ਦੇ ਵਿੱਚ ਕੁੜੀਆਂ ਨੂੰ ਵੀ ਪਤਾ ਲੱਗ ਗਿਆ ਕਿ ਖੇਤੀ ਕੀ ਚੀਜ਼ ਹੈ। ਵੈਲ ਜੀ, ਇਸ ਚੀਜ਼ ਤੋਂ ਸਾਰੇ ਅਵੇਅਰ ਸੀਗੇ ਕਿ ਖੇਤੀਬਾੜੀ ਹੈ ਕੀ ਚੀਜ਼ ਹੈ, ਕਿਉਂਕਿ ਸਭ ਨੂੰ ਪਤਾ ਸੀਗਾ ਕਿ ਆਫਟਰ ਆਲ ਪ੍ਰੋਡਕਸ਼ਨ ਜਿਹੜੀ ਕ੍ਰੌਪਸ ਦੀ ਉਹ ਕਿੱਥੋਂ ਫੀਲਡ ਤੋਂ ਆਉਂਦੀ ਹੈ। ਪਰ ਜਿਹੜੀ ਅਵੇਅਰਨੈਸ ਹੈ ਨਾ, ਇਹ ਹੁਣ ਮੋਦੀ ਸਰਕਾਰ ਨੇ ਕਰਵਾ ਦਿੱਤੀ ਚੰਗੇ ਤਰੀਕੇ ਨਾਲ। ਕੁੜੀਆਂ ਨੂੰ ਛੱਡ ਕੇ ਕਿ ਮੈਂ ਕਹਿੰਦੀ ਹਾਂ ਇੱਥੇ ਉਹਦੇ ਜਿਹੜੇ ਯੂਥ ਵੀ ਨੇ ਨਾ, ਉਹਨਾਂ ਨੂੰ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਅਸੀਂ ਜਿੰਨੀ ਮਰਜ਼ੀ ਟੌਰ ਮਾਰ ਲਈ, ਜੋ ਮਰਜ਼ੀ ਕਰ ਲਈਏ, ਐਟ ਦ ਐਂਡ ਅਸੀਂ ਖਾਣੀ ਤਾਂ ਰੋਟੀ ਹੋਈ ਹੈ ਨਾ, ਤੇ ਰੋਟੀ ਤੋਂ ਬਗੈਰ ਕੁਝ ਨਹੀਂ ਹੈਗਾ, ਕੱਪੜੇ ਵੀ ਨਹੀਂ ਹੈਗੇ, ਕੁਝ। ਤੁਸੀਂ ਇੱਕ ਚੀਜ਼ ਦੇਖੋ ਕਿ ਪੈਸੇ ਤੁਸੀਂ ਇਕੱਠੇ ਕਰੀ ਚੱਲੋਗੇ, ਖਰਚੋਗੇ ਕਿੱਥੇ, ਖਾਓਗੇ ਕੀ? ਅੱਜ ਇੰਨੀ ਵੇਰੀਏਸ਼ਨਸ ਆਫ ਫੂਡਸ ਹੈਗੇ ਆ, ਇੰਨੇ ਵੇਰੀਏਸ਼ਨਸ ਆਫ ਡਰਿੰਕਸ ਹੈਗੀਆਂ ਨੇ, ਹੈ ਨਾ, ਵੇਰੀਏਸ਼ਨ ਆਫ ਕਲੋਥਸ ਹੈਗੇ, ਕਿੱਥੋਂ ਆ ਰਹੇ ਨੇ? ਕ੍ਰੌਪਸ ਤੋਂ ਹੀ ਆ ਰਹੇ ਨੇ। ਅਲਟੀਮੇਟਲੀ ਜਿਹੜੀ ਕ੍ਰੌਪਸ ਹੈ ਉਹੀ ਹਰ ਚੀਜ਼ ਨੂੰ ਫੀਡ ਕਰ ਰਹੀ, ਭਾਵੇਂ ਐਨੀਮਲਸ ਨੇ, ਭਾਵੇਂ ਹਿਊਮਨ ਬੀਇੰਗਸ ਨੇ। ਇਸ ਕਰਕੇ ਸਭ ਨੂੰ ਮਤਲਬ ਅਵੇਅਰਨੈਸ ਹੈ, ਉਹ ਬਹੁਤ ਚੰਗੇ ਤਰੀਕੇ ਨਾਲ ਮਤਲਬ ਹੁਣ ਉੱਠ ਕੇ ਲੋਕੀ ਆ ਰਹੇ ਨੇ ਕਿ ਹਾਂਜੀ ਅਸੀਂ ਜਾਈਏ, ਅਸੀਂ ਸਪੋਰਟ ਕਰੀਏ, ਕਿਉਂਕਿ ਐਵਰੀ ਪਰਸਨ ਇਜ਼ ਰਿਸਪੌਂਸਿਬਲ ਫॉर देयर ਓਨ ਫੂਡ। ਅਸੀਂ ਇੱਕ ਰੋਟੀ ਮੈਨੂੰ ਮਿਲੀ ਖਾਣ ਨੂੰ, ਮੈਂ ਆਪਣੀ ਉਸ ਰੋਟੀ ਦੀ ਜ਼ਿੰਮੇਵਾਰ ਆ। ਮੈਂ ਉਸ ਰੋਟੀ ਦਾ ਕਰਜ਼ ਉਤਾਰਨ ਆਉਂਦੀ ਆ ਕਿ ਹਾਂ, ਥੈਂਕਸ ਟੂ ਦ ਫਾਰਮਰਸ, ਕਿ ਜੇ ਉਹ ਹੈਗੇ ਨੇ, ਉਹ ਆਪਣੇ ਆਪ ਦੇ ਲਾਈਫ ਸਟਾਈਲ ਨੂੰ ਕਰਦੇ ਨੇ ਕੁਰਬਾਨ, ਤਾਂ ਹੀ ਅਸੀਂ ਸਾਰੇ ਜੀਉਂਦੇ ਆ। ਮੈਡੀਸਿਨਸ ਵੀ ਨਹੀਂ ਇੱਦਾਂ ਬਣ ਸਕਦੇ। ਅੱਛਾ, ਜਿਸ ਤਰੀਕੇ ਦੇ ਨਾਲ ਇਹ ਜਨ ਅੰਦੋਲਨ ਬਣ ਚੁੱਕਾ ਹੈ, ਸ਼ਹਿਰਾਂ ਦੇ ਵਿੱਚ ਲੋਕ ਸੜਕਾਂ ਦੇ ਉੱਪਰ ਉਤਰ ਆਏ, ਕਿਸਾਨਾਂ ਦਾ ਸਾਥ ਦੇ ਰਹੇ ਨੇ, ਪਰ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਇਦਾਂ ਭੀੜ ਇਕੱਠੀ ਕਰਕੇ ਕਾਨੂੰਨ ਰੱਦ ਨਹੀਂ ਹੁੰਦੇ। ਅੱਛਾ ਜੀ, ਤੇ ਕਿੱਦਾਂ ਰੱਦ ਹੁੰਦੇ ਨੇ? ਉਦੋਂ ਹੀ ਕਰ ਦਿੰਦੇ ਰੱਦ ਤੁਸੀਂ, ਹੈ ਨਾ। ਮਤਲਬ ਜੇ ਇੰਨੀ ਤੁਹਾਨੂੰ ਪਰਵਾਹ ਸੀਗੀ ਜਨਤਾ ਦੀ, ਹੈ ਨਾ, ਫਿਰ ਜੀ ਕੋਵਿਡ ਦਾ ਇਸ਼ੂ ਬਣਾਇਆ ਇਹਨਾਂ ਨੇ ਕਿ ਕੋਵਿਡ ਹੋ ਜਾਊਗਾ। ਭਾਈ ਜੇ ਇੰਨਾ ਹੀ ਸੀਗਾ ਤੇ ਤੁਸੀਂ ਪਹਿਲਾਂ ਹੀ ਰੱਦ ਕਰ ਦਿੰਦੇ, ਇੰਨੀ ਜ਼ਿਆਦਾ ਲੋੜ ਹੀ ਨਾ ਪੈਂਦੀ। ਤੁਸੀਂ ਪਹਿਲਾਂ ਜੀ ਦੇਖੋ, ਅਸੀਂ ਇੰਨੀ ਛੇਤੀ ਤਾਂ ਦਿੱਲੀ ਗਏ ਨਹੀਂ, ਠੀਕ ਹੈ ਨਾ। ਅਸੀਂ ਪਹਿਲਾਂ ਕਿਹਾ ਕਿ ਅਸੀਂ ਜੀ ਆਪਾਂ ਆਪਣੇ ਹਾਈਵੇਜ਼ ਤੇ ਬੈਠਾਂਗੇ, ਹੈ ਨਾ। ਉਸ ਤੋਂ ਬਾਅਦ ਫਾਈਨਲੀ ਅਸੀਂ ਡਿਸਾਈਡ ਕੀਤਾ ਕਿ ਅਸੀਂ ਦਿੱਲੀ ਜਾ ਕੇ ਧਰਨਾ ਲਾਵਾਂਗੇ, ਹੈ ਨਾ। ਤੁਸੀਂ ਉਦੋਂ ਹੀ ਕੋਈ ਐਕਸ਼ਨ ਲੈ ਲੈਂਦੇ, ਹੈ ਨਾ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ। ਭਾਈ ਇਹ ਤਾਂ ਹਜੇ ਕੁਝ ਵੀ ਨਹੀਂ, ਹਜੇ ਤਾਂ ਹੋਰ ਇਕੱਠੇ ਹੋਣਗੇ, ਕਿਉਂਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਅਵੇਅਰਨੈਸ ਆਉਂਦੀ ਜਾਊਗੀ, ਜਿੱਦਾਂ ਜਿੱਦਾਂ ਲੋਕਾਂ ਦੇ ਅੰਦਰੋਂ ਉਹ ਗੁੜਤੀ ਜਾਗਦੀ ਜਾਊਗੀ ਕਿਸਾਨੀ ਦੀ, ਉਦਾਂ ਲੋਕੀ ਇਕੱਠੇ ਹੋਈ ਜਾਣਗੇ। ਕਿਉਂਕਿ ਹੌਲੀ ਹੌਲੀ ਜਿੰਨੀਆਂ ਮਰਜ਼ੀਆਂ ਗੱਡੀਆਂ ਲੈ ਲਓ, ਐਕਟਿਵਾਸ ਲੈ ਲਓ, ਜਾਂ ਜੋ ਮਰਜ਼ੀ ਲੈ ਲਓ, ਸਭ ਰੁਕ ਜਾਣੇ ਆ। ਬਿਲਕੁਲ ਗੱਲ ਇਹਨਾਂ ਦੀ ਠੀਕ ਹੈ, ਜਿੰਨਾ ਲੰਬਾ ਚੱਲੇਗਾ ਉਨੀ ਹੀ ਜ਼ਿਆਦਾ ਜਿਹੜੀ ਹੈ ਉਹ ਭੀੜ ਇਕੱਠੀ ਇੱਥੇ ਹੁੰਦੀ ਜਾਵੇਗੀ। ਜਿਸ ਤਰੀਕੇ ਦੇ ਨਾਲ ਇਹ ਸ਼ਹਿਰਾਂ ਦੇ ਵਿੱਚ ਵੀ ਪਹੁੰਚ ਚੁੱਕਾ, ਸੜਕਾਂ ਦੇ ਉੱਪਰ ਲੋਕ ਪਹੁੰਚ ਚੁੱਕੇ ਨੇ। ਇੱਕ ਛੋਟੀ ਬੱਚੀ ਹੈ ਜਿਹੜੀ ਕਵਿਤਾ ਸੁਣਾ ਰਹੀ ਸੀ ਪਗੜੀ ਸੰਭਾਲ ਜੱਟਾ ਦੇ ਉੱਪਰ। ਬੇਟਾ ਕੀ ਨਾਮ ਹੈ ਤੁਹਾਡਾ?
ਨਵਨੀਤ ਕੌਰ ਵਿਰਕ। ਇਹ ਛੋਟੀ ਬੱਚੀ ਹੈ ਜਿਹੜੀ ਅੱਜ ਪਗੜੀ ਸੰਭਾਲ ਜੱਟਾ ਲਹਿਰ ਦੇ ਉੱਪਰ ਜਿਹੜਾ ਅੱਜ ਇਕੱਠ ਕੀਤਾ ਗਿਆ ਕਿਸਾਨਾਂ ਦੇ ਵੱਲੋਂ, ਉਹਦੇ ਉੱਪਰ ਇਹ ਛੋਟੀ ਜੀ ਕਵਿਤਾ ਸੁਣਾਊਗੀ ਬੱਚੀ। ਮੇਰੇ ਖੁਸ਼ੀ ਵਸੇਂਦੇ ਜੱਟ ਨੂੰ ਕਿਸੇ ਦਿੱਤਾ ਚੋਬੜ ਲਾ, ਉਹਨੇ ਸੁੱਤੇ ਹੋਏ ਸ਼ੇਰ ਦੇ ਹੱਥ ਦਿੱਤਾ ਮੂੰਹ ਵਿੱਚ ਪਾ। ਉਹ ਆਪ ਕਸੂਤਾ ਫਸ ਗਿਆ, ਉਹਨੂੰ ਲੱਭਦਾ ਨਹੀਂ ਕੋਈ ਰਾਹ, ਆਪਣੇ ਜਾਲ ਆਪ ਫਸ ਗਿਆ, ਦਿੱਤਾ ਸਭ ਨੂੰ ਉਲਝਾ। ਉਹਨੇ ਜੱਟ ਦੀ ਸੋਹਣੀ ਪੱਗ ਨੂੰ ਦਿੱਤਾ ਏ ਹੱਥ ਪਾ, ਉਹਨੇ ਜੱਟ ਦੀ ਸੋਹਣੀ ਪੱਗ ਨੂੰ ਦਿੱਤਾ ਏ ਹੱਥ ਪਾ। ਤੂੰ ਅੰਨਦਾਤਾ ਛੇੜ ਕੇ ਕੀਤਾ ਮਾੜਾ ਕਾਰਾ, ਮਹਿੰਗਾ ਪਊਗਾ ਵੇਖੀ ਵੈਰੀਆ ਰਣਜੀਤ ਨਗਾਰਾ। ਜਦੋਂ ਮੁਸੀਬਤ ਆ ਬਣੇ ਫਿਰ ਇਹ ਉਪਾਓ, ਰਲ ਕੇ ਸਭੇ ਵੀਰ ਨੂੰ ਇੱਕ ਹੰਬਲਾ ਲਾਓ। ਲੱਖ ਤਸੀਹੇ ਚੱਲ ਕੇ ਵੀ ਪੱਗ ਬਚਾਓ, ਇਹ ਦਾਤ ਹੈ ਦਸ਼ਮੇਸ਼ ਦੀ, ਇਸ ਦਾ ਮਾਣ ਵਧਾਓ। ਇਹ ਦਾਤ ਹੈ ਦਸ਼ਮੇਸ਼ ਦੀ, ਇਹਦਾ ਮਾਣ ਵਧਾਓ। ਬਿਲਕੁਲ। ਕਿੱਦਾਂ ਦੇਖਦੇ ਹੋ ਕਿਸਾਨ ਅੰਦੋਲਨ ਨੂੰ? ਕਦੋਂ ਤੋਂ ਤੁਸੀਂ ਅਵੇਅਰ ਹੋਏ ਇਹਦੇ ਨਾਲ? ਜਦੋਂ ਤੋਂ, ਕਿਉਂਕਿ 6 ਮਹੀਨੇ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਇਹ ਚੱਲਦਾ ਪਿਆ ਸੀਗਾ। ਮੈਂ ਸਟਾਰਟਿੰਗ ਤੋਂ ਇਹ ਜਦੋਂ ਤੋਂ ਇੱਥੋਂ ਆਈ ਥਿੰਕ ਰੇਲ ਰੋਕੋਂ ਤੋਂ ਸ਼ੁਰੂ ਕੀਤਾ ਸੀ ਇਹਨਾਂ ਨੇ, ਸੋ ਉਦੋਂ ਤੋਂ ਐਟਲੀਸਟ ਮੈਂ ਕਹਾਂਗੀ ਕਿ ਮੈਂ ਨਿਊਜ਼ਪੇਪਰ ਤੋਂ ਹੀ ਜਾਂ ਫਿਰ ਨਿਊਜ਼ ਚੈਨਲਸ ਤੇ ਸੁਣਦੀ ਸੀ। ਬਟ ਜਦੋਂ ਤੋਂ 26 ਨਵੰਬਰ 2020 ਜਦੋਂ ਇਹ ਉੱਥੇ ਗਏ ਸੀ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਗਾਜ਼ੀਪੁਰ ਬਾਰਡਰ ਤੇ, ਉਦੋਂ ਤੋਂ ਮੈਂ ਬਹੁਤ ਜ਼ਿਆਦਾ ਫੋਲੋ ਕਰਨਾ ਸ਼ੁਰੂ ਕਰਤਾ। ਫਿਰ ਅਸੀਂ 5 ਵਾਰੀ ਮੈਂ ਆਪਣੇ ਪੇਰੈਂਟਸ ਦੇ ਨਾਲ ਦਿੱਲੀ ਵੀ ਜਾ ਕੇ ਆਈ ਹਾਂ, ਤੇ ਉੱਥੇ ਮੈਂ ਇਹ ਅਪੀਲ ਕਰਨਾ ਚਾਹਾਂਗੀ ਕਿ ਜ਼ਰੂਰ ਉੱਥੇ ਜਾਓ। ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹਾਂਗੀ, ਵੈਦਰ ਇਟਸ ਸਟੂਡੈਂਟਸ ਔਰ ਹੂਸੋਐਵਰ ਇਟ ਇਜ਼, ਪਲੀਜ਼ ਉੱਥੇ ਜਾਓ, ਵੇਖੋ, ਤੇ ਆਪਣੇ ਆਪ ਤੁਹਾਨੂੰ ਇਹ ਅੰਦਾਜ਼ਾ ਹੋਏਗਾ ਕਿ ਆਪਣੀ ਆਜ਼ਾਦੀ ਲੈਣੀ ਕਿੰਨੀ ਔਖੀ ਹੈ, ਆਪਣੇ ਹੱਕਾਂ ਲਈ ਲੜਨਾ ਕਿੰਨਾ ਔਖਾ ਹੈ, ਸਰਕਾਰਾਂ ਦੇ ਖਿਲਾਫ ਲੜਨਾ ਕਿੰਨਾ ਔਖਾ ਹੈ। ਤਾਂ ਬਿਲਕੁਲ ਇਹ ਤਸਵੀਰ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਸਿਰਫ ਇੱਕ ਖਿੱਤੇ ਦਾ ਅੰਦੋਲਨ ਰਹਿ ਗਿਆ ਜਾਂ ਸਿਰਫ ਇਕੱਲੇ ਕਿਸਾਨ ਲੱਗੇ ਹੋਏ ਨੇ। ਇਹ ਇਕੱਲਾ ਨਾ ਤਾਂ ਇੱਕ ਖਿੱਤੇ ਦਾ ਅੰਦੋਲਨ ਹੈ ਤੇ ਨਾ ਹੀ ਇਕੱਲਾ ਕਿਸਾਨਾਂ ਦਾ ਰਹਿ ਗਿਆ, ਸਗੋਂ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ ਦੇ ਵਿੱਚ ਇਹ ਅੰਦੋਲਨ ਜਿਹੜਾ ਉਹ ਫੈਲ ਚੁੱਕਾ ਹੈ, ਜਨ ਅੰਦੋਲਨ ਬਣ ਚੁੱਕਾ ਹੈ। ਲੋਕ ਸਿੱਧੇ ਤੌਰ ਤੇ ਇਹੀ ਕਹਿ ਰਹੇ ਨੇ ਕਿ ਜਿੰਨਾ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਤੱਕ ਸੜਕਾਂ ਦੇ ਉੱਪਰ ਇਸੇ ਤਰੀਕੇ ਦੇ ਨਾਲ ਦਿਖਣਗੇ, ਤੇ ਜਿੰਨਾ ਲੰਬਾ ਇਹ ਅੰਦੋਲਨ ਚੱਲੇਗਾ ਉਨੀ ਜ਼ਿਆਦਾ ਭੀੜ ਵੀ ਇਕੱਠੀ ਹੋਏਗੀ ਤੇ ਉਹਨਾਂ ਜ਼ਿਆਦਾ ਸਰਕਾਰ ਤੇ ਪ੍ਰੈਸ਼ਰ ਵੀ ਪਵੇਗਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।